सत श्री अकाल जी, मैं अमरजीत ਧਮਾਨ। ਤੁਸੀਂ ਦੇਖ ਰਹੇ ਹੋ ਇਹ ਧਮਾਨ ਚੈਨਲ। ਅੱਜ ਅਸੀਂ ਪਹੁੰਚੇ ਹਾਂ ਸੈਕਟਰ 18 ਚੰਡੀਗੜ੍ਹ ਟੈਗੋਰ ਥੀਏਟਰ ਦੇ ਵਿੱਚ। ਤੁਸੀਂ ਪਿੱਛੇ ਦੇਖ ਸਕਦੇ ਹੋ ਤਸਵੀਰਾਂ। ਸੋ ਅੱਜ ਸਾਡੀ ਇਹ ਸਾਰੀ ਟੀਮ ਹੈ ਜੋ ਸਾਡੇ ਨਾਲ ਇੱਥੇ ਪਹੁੰਚੀ ਹੈ। ਇੱਥੇ ਅੱਜ ਜੋ PS ਆਰਟਸ ਐਂਡ ਕਲਚਰਲ ਸੁਸਾਇਟੀ ਦੇ ਵੱਲੋਂ ਇੱਥੇ ਇੱਕ ਅੱਜ ਬਹੁਤ ਹੀ ਵਧੀਆ ਪ੍ਰੋਗਰਾਮ, ਬਹੁਤ ਹੀ ਵਧੀਆ ਇੱਕ ਨਾਟਕ ਕੀਤਾ ਜਾ ਰਿਹਾ ਹੈ, ਜਿਸ ਨਾਟਕ ਦਾ ਨਾਮ ਹੈ ਇਹ ਲਹੂ ਕਿਸ ਦਾ ਹੈ। ਸੋ ਬਹੁਤ ਹੀ ਵਧੀਆ ਵਧੀਆ ਸ਼ਖਸੀਅਤਾਂ, ਮਹਾਨ ਸ਼ਖਸੀਅਤਾਂ, ਵਿਸ਼ੇਸ਼ ਮਹਿਮਾਨ ਇੱਥੇ ਪਹੁੰਚ ਰਹੇ ਨੇ। ਅਤੇ ਆਓ ਆਪਾਂ ਤੁਹਾਨੂੰ ਥੀਏਟਰ ਦੇ ਅੰਦਰ ਲੈ ਚੱਲਦੇ ਹਾਂ ਅਤੇ ਗੱਲਬਾਤ ਕਰਦੇ ਹਾਂ। ਸੋ ਗੱਲਬਾਤ ਕਰਦੇ ਹਾਂ ਆਪਾਂ ਜਸਵਿੰਦਰ ਕੌਰ ਸੋਹਲ ਜੀ ਦੇ ਨਾਲ, ਜੋ ਇੱਥੇ ਟੈਗੋਰ ਥੀਏਟਰ ਦੇ ਵਿੱਚ ਮੌਜੂਦ ਨੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਜਸਵਿੰਦਰ ਕੌਰ ਸੋਹਲ ਜੀ। ਸਭ ਤੋਂ ਪਹਿਲੇ ਮੈਂ PS ਆਰਟ ਐਂਡ ਕਲਚਰ ਸੁਸਾਇਟੀ ਦੇ ਪ੍ਰੈਜ਼ੀਡੈਂਟ ਪ੍ਰਵੀਨ ਸੰਧੂ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦੀ ਹਾਂ ਕਿ ਉਹਨਾਂ ਨੇ ਬਹੁਤ ਹੀ ਅੱਛਾ ਉਪਰਾਲਾ ਕੀਤਾ ਹੈ। ਅੱਜ ਜੋ 2 ਪਲੇ ਦੇਖਣ ਦਾ ਮੈਨੂੰ ਮੌਕਾ ਮਿਲਿਆ, ਜਿਸ ਦੇ ਵਿੱਚ ਉਹਨਾਂ ਨੇ ਸੁਸਾਇਟੀ ਨੂੰ ਇੱਕ ਬਹੁਤ ਅੱਛੇ ਮੈਸੇਜ ਦਿੱਤੇ ਹੈ, ਔਰ ਜੋ ਅੱਜ ਦੀ ਹਕੀਕਤ, ਜੋ ਅੱਜ ਦੀ ਰਿਐਲਿਟੀ ਹੈ, ਉਹਨਾਂ ਨੇ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਇੱਕ ਨਾਟਕ ਦੇ ਜ਼ਰੀਏ। ਸੋ ਇੱਦਾਂ ਦੇ ਉਪਰਾਲੇ ਸਾਨੂੰ ਕਰਦੇ ਹੀ ਰਹਿਣੇ ਚਾਹੀਦੇ ਹੈ, ਤਾਂ ਕਿ ਸਾਡੇ ਸਮਾਜ ਦੇ ਵਿੱਚ ਜਿਹੜੀਆਂ ਬੁਰਾਈਆਂ, ਅਸੀਂ ਕੋਸ਼ਿਸ਼ ਕਰਕੇ ਇਹਨਾਂ ਉਪਰਾਲਿਆਂ ਰਾਹੀਂ ਉਹਨਾਂ ਨੂੰ ਸੇਧ ਦੇ ਸਕੀਏ, ਤਾਂ ਕਿ ਜੋ ਲੋਕਾਂ ਦੇ ਵਿੱਚ ਇਹ ਜਾਗਰੂਕਤਾ ਪੈਦਾ ਕਰਦੀਆਂ ਨੇ। ਜਦੋਂ ਅਸੀਂ ਇੱਕ ਕਰੈਕਟਰ ਪਲੇ ਕਰਕੇ, ਜਦੋਂ ਅਸੀਂ ਹੁਣ ਦੇਖਿਆ ਇੱਥੇ ਜਿੰਨੇ ਵੀ ਬੱਚੇ ਸੀ ਜਿਨ੍ਹਾਂ ਨੇ ਇਹ ਕਰੈਕਟਰ ਪਲੇ ਕੀਤੇ, ਬਖੂਬੀ ਬੜੀ ਖੂਬਸੂਰਤੀ ਦੇ ਨਾਲ ਆਪਣੇ ਜਿਹੜੇ ਉਹਨਾਂ ਦੇ ਰੋਲ ਸੀ ਉਹਨਾਂ ਨੂੰ ਪਲੇ ਕੀਤਾ ਹੈ, ਔਰ ਬਹੁਤ ਵਧੀਆ ਤਰੀਕੇ ਨਾਲ ਜੋ ਅੱਜ ਦੇ ਸਮਾਜ ਦੀ ਛਵੀ ਹੈ ਉਹ ਸਾਡੇ ਸਾਹਮਣੇ ਲਿਆਂਦੀ ਹੈ। ਅਤੇ ਸਾਰੇ ਹੀ ਵਧਾਈ ਦੇ ਪਾਤਰ ਨੇ, ਔਰ ਮੈਂ ਪ੍ਰਵੀਨ ਸੰਧੂ ਜੀ ਨੂੰ ਕਹਾਂਗੀ ਕਿ ਉਹ ਇੱਦਾਂ ਦੇ ਉਪਰਾਲੇ ਕਰਦੇ ਰਹਿਣ, ਤਾਂ ਕਿ ਲੋਕ ਜਾਗਰੂਕ ਹੋਣ ਔਰ ਸਾਡੇ ਸਮਾਜ ਦੇ ਵਿੱਚ ਜਿਹੜੀਆਂ ਬੁਰਾਈਆਂ ਅਸੀਂ ਉਹਨਾਂ ਨੂੰ ਖਤਮ ਕਰ ਸਕੀਏ। ਸੋ ਇੱਕ ਵਾਰੀ ਫਿਰ PS ਆਰਟ ਐਂਡ ਕਲਚਰ ਸੁਸਾਇਟੀ ਨੂੰ ਮੇਰੇ ਵੱਲੋਂ ਢੇਰ ਸਾਰੀਆਂ ਮੁਬਾਰਕਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਆਪਣਾ ਨਾਮ? ਆਸਥਾ ਗੁਪਤਾ ਜੀ। ਸੋ ਅੱਜ ਤੁਸੀਂ ਟੈਗੋਰ ਥੀਏਟਰ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਆਏ ਹੋ, ਦਿੱਲੀ ਤੋਂ ਚੱਲ ਕੇ ਆਏ ਹੋ, ਠੀਕ ਹੈ ਜੀ। ਸੋ ਇੱਥੇ ਤੁਹਾਨੂੰ ਇਨਵਾਈਟ ਕੀਤਾ ਗਿਆ, ਇੱਥੇ 2 ਪਲੇ ਕੀਤੇ ਗਏ ਨੇ, ਅਤੇ ਕੀ ਕਹਿਣਾ ਚਾਹੁੰਦੇ ਹੋ? ਕੀ ਸੇਧ ਮਿਲੀ है, ਕੀ मतलब कि ਉਹਦੇ ਤੋਂ ਆਪਾਂ ਨੂੰ ਸਿੱਖਿਆ ਮਿਲੀ? मैं यही बोलना चाहूँगी, सोसाइटी को एक बहुत ही स्ट्रॉन्ग मैसेज दिया है, एक पावरफुल मैसेज दिया है, बहुत ज़रूरी है। ये जो स्टेज होता है ना, ये एक माध्यम है, कलाकार के थ्रू वो चीज़ निकल कर जा रही है उस स्टेज पे जहाँ वो एक की सरस्वती है, और जो एक्टर्स हैं, जो परफॉर्मर्स हैं, वो एक स्ट्रॉन्ग मैसेज सोसाइटी को दे पाते हैं। एंड कहीं ना कहीं फिर लोग उस चीज़ को, बिकॉज वो अब इमोट कर रहे होते हैं वो चीज़, एंड कहीं ना कहीं वो ऑडियंस तक रीच आउट कर पाती है वो चीज़ें। तो इससे काफ़ी इन्फ्लुएंस, मतलब लोगों को एक सीख मिलती है, लोग उस चीज़ को समझ पाते हैं। और अगर हम देखें तो आज़ादी के टाइम से हर जगह से, मतलब अगर हम उस चीज़ को देखें तो जितनी भी रिवॉल्यूशंस वगैरह सब हुई हैं, तो इसी तरीके से ही कलाकार, जितने भी आर्टिस्ट, चाहे वो लेखक हों, चाहे वो डांसर्स हों, चाहे वो एक्टर्स हों, चाहे जिस तरीके से भी, तो उन लोगों ने, जैसे कहते हैं ना कि लोगों के अंदर, जैसे कहते हैं आग भरना, अगर कुछ है तो मतलब वो कुछ गलत हो रहा है तो उसके अगेंस्ट बोलना, उसके अगेंस्ट आवाज़ उठाना। तो ये मेरे हिसाब से तो बहुत ही एक आर्टिस्ट ना, एक तरीके से भगवान का रूप इसलिए कहा जाता है, क्योंकि कहीं ना कहीं वो लोग को जागरूक करता है और लोग को जोड़ता है। तो ये तो खैर यही है। और प्ले बहुत ऑसम, बहुत ही ऑसम, पावर जिसे कहते हैं ना, पावर पैक, छोटे से, और उसमें इतना स्ट्रॉन्ग मैसेज डिलीवर किया है। सो मैं तो मतलब जैसे कहते हैं ना कि बिल्कुल अमेज्ड हो गई, मतलब हतप्रभ की ये, अरे वाह, मतलब ये चीज़ें इतने छोटे छोटे उसमें सीक्वेंसेस में जो चीज़ें दिखाई और बहुत क्लैरिटी के साथ, और एक कलाकार ने बहुत सुंदर तरीके से उस चीज़ उसको मतलब उकेरा, तो अच्छा लगा।
बहुत ही प्यारा, बहुत अच्छा लगा पंजाब ने बुलाया एंड इट वाज रियली अ ग्रेट प्रिविलेज फॉर मी. थैंक यू सो मच. सो कथक में तो आपका नाम काफ़ी अच्छा है दिल्ली में. सो इसके अलावा भी कोई और रंगमंच में भी आप काम करते हो, जैसे प्ले वगैरह, फिल्म वगैरह? मैं कथक मतलब मैं तो ये बोलूँगी कि जो भी है, जो भी देन है वो मेरे गुरुओं की देन है, मेरे पेरेंट्स की ब्लेसिंग्स हैं. डेफिनेटली जो मैं कर पा रही हूँ आज वो उन्हीं की वजह से है, तो शायद मैं कर भी नहीं पाती. और जितने भी लोगों के पीछे मेरी पहचान है, ये सब कुछ एक मेरे पेरेंट्स और मेरे गुरुओं की ब्लेसिंग्स की वजह से है. एंड अपार्ट फ्रॉम क्लासिकल डांसिंग, हाँ मैं थिएटर एक्टर भी हूँ. और मैं थिएटर का भी बोलूँगी, थिएटर से भी मेरा जुड़ाव सिर्फ और सिर्फ मेरी डांसिंग, मेरी कला की वजह से हुआ. क्योंकि जब मैं एक बार ऐसी ऑडिशन हो रहे थे एंड काफ़ी एक अच्छा, बहुत ही एक उपसंहार, बहुत ही नामचीन, ये बहुत बड़े लेवल पर प्ले ये थिएटर होना था, तो उनको एक मतलब चाहिए था कि एक कलाकार जो कि डांस भी अच्छे से निभा पाए और कर भी पाए. तो मैं वो डांसिंग स्किल्स मेरे में थे, तो वो उसके थ्रू मतलब लाइक ऑडिशन दिया एंड फिर उनको थोड़ा मतलब कहते हैं ना कि उनको वो चीज़ भाई, और फिर उसके बाद थोड़ा एक्टिंग किया, तो जो उन्होंने फिर बाद में सुधार वगैरह किया, लेकिन उनको चीज़ें मतलब मैं यही कहूँगी कि डांसिंग की वजह से ही मुझे वो एक गेटवे मिला टू गो इन टू थिएटर्स. एंड आज मुझे फुल ऑन थिएटर्स, मतलब मैं थिएटर्स को भी टाइम दे पा रही हूँ, फुल ऑन डांसिंग कर पा रही हूँ. इट्स जस्ट ऑल बिकॉज ऑफ माई डांसिंग. सो अल्टीमेटली हाँ, तो आई एम ब्लेस्ड दैट आई गेस आई एम अ डांसर. को क्या संदेश देना चाहते हो? संदेश ये देना चाहती हूँ कि ये जो कलाकार है, जो बोला कि ये एक ईश्वर का ही रूप है, एंड इस जो कला है और जो उसकी जो जितनी भी जो आर्टिस्ट होते हैं, उनको अब तो खैर उस तरीके से नहीं देखा जाता हीन भावना से, क्योंकि अब काफ़ी सोसाइटी में चेंज आ चुका है. लेकिन इसको ना लोगों को और एक्सेप्टेबल, क्योंकि लोगों में भी क्या है, लोगों में पेशेंस नहीं है. जैसे कहते हैं ना कि हाँ, कि एकदम से फटाफट फास्ट सक्सेस, क्विक लर्निंग एंड फास्ट सक्सेस, तो ये वो चीज़ें नहीं है. थिएटर्स हो गया, क्लासिकल डांस, क्लासिकल म्यूज़िक, ये चीज़ें वो ऐसी हैं ही नहीं. पेशेंस बहुत इंपॉर्टेंट है, डिटर्मिनेशन, डेडिकेशन और डिसिप्लिन बहुत इंपॉर्टेंट. और ये खाली ये नहीं, ये आपको आपकी ये कहते हैं ना कि जीने का तरीका, आपका जीने का सलीका, जीने का तरीका बदल देता है और एक अच्छा, एक जागरूक इंसान बनाता है. तो मुझे लगता है कि हाँ, लोगों को कला से और जुड़ना चाहिए, थिएटर से, डांस से, क्लासिकल डांस, क्लासिकल म्यूज़िक, क्लासिकल आर्ट स्पेशली, चाहे वो वेस्टर्न हो, चाहे वो इंडियन हो, चाहे वो किसी भी उसकी हो, ये इनसे जुड़ना चाहिए. क्योंकि जब हम हम कलाकार की तरह सोचना शुरू करते हैं ना, तो हम कहीं ना कहीं एक सेंसिटिविटी, जिसे कहते हैं ना कि हम सेंसिटिव हो जाते हैं टुवर्ड्स आवर सराउंडिंग्स, अवेयर हो जाते हैं, जो कि बहुत ज़रूरत है आज के समाज में, ताकि हम चीज़ों को हम ठीक से मतलब समझ पाएँ और उनमें सुधार कर पाएँ. थैंक यू सो मच. पीएस आर्ट्स एंड कल्चरल ਸੁਸਾਇਟੀ ਦੇ ਜੋ ਪ੍ਰਧਾਨ ਨੇ ਪ੍ਰਵੀਨ ਸੰਧੂ ਜੀ, ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ, ਜੋ ਅੱਜ ਇੱਥੇ ਇਹਨਾਂ ਨੇ 2 ਪਲੇ ਕਰਵਾਏ ਨੇ, ਬਹੁਤ ਹੀ ਅੱਛਾ ਪ੍ਰੋਗਰਾਮ ਕਰਵਾਇਆ ਹੈ ਚੰਡੀਗੜ੍ਹ ਟੈਗੋਰ ਥੀਏਟਰ ਦੇ ਵਿੱਚ. ਹਾਂਜੀ, ਸਤਿ ਸ਼੍ਰੀ ਅਕਾਲ ਜੀ. ਸਤਿ ਸ਼੍ਰੀ ਅਕਾਲ ਧਮਾਨ ਜੀ. ਹਾਂਜੀ ਜੀ ਆਇਆਂ ਨੂੰ ਤੁਹਾਡਾ. ਤੁਸੀਂ ਮੈਂ ਤੇ ਤੁਹਾਡਾ ਧੰਨਵਾਦ ਕਰਦਾ ਕਿ ਹਰ ਇੱਕ ਪ੍ਰੋਗਰਾਮ ਨੂੰ ਤੁਸੀਂ ਬੜੇ ਹੀ ਬਖੂਬੀ ਢੰਗ ਨਾਲ ਸਾਡੇ ਨੂੰ ਕਵਰ ਕਰਦੇ ਜੀ. ਉਹਦੇ ਲਈ ਸਾਡੀ ਸਮੁੱਚੀ ਪੀਐਸ ਆਰਟ ਐਂਡ ਕਲਚਰ ਸੁਸਾਇਟੀ ਟੀਮ ਵੱਲੋਂ ਤੁਹਾਡਾ ਧੰਨਵਾਦ ਕਰਦਾ ਮੈਂ ਜੀ. ਜੀ ਜੀ. ਸੋ ਅੱਜ ਤੁਸੀਂ 2 ਪਲੇ ਕਰਵਾਏ ਨੇ ਅਤੇ ਬਹੁਤ ਹੀ ਅੱਛਾ ਤੁਹਾਡਾ ਇਹ ਪ੍ਰੋਗਰਾਮ ਰਿਹਾ. ਸੋ ਇਸ ਤਰ੍ਹਾਂ ਦੇ ਫੰਕਸ਼ਨ ਤੁਸੀਂ ਕਰਵਾਉਂਦੇ ਰਹਿੰਦੇ ਹੋ, ਸਮਾਜ ਸੇਵਾ ਦੇ ਵਿੱਚ ਲੱਗੇ ਰਹਿੰਦੇ ਹੋ. ਸੋ ਇਸ ਤੋਂ ਇਲਾਵਾ ਤੁਸੀਂ ਜੋ ਮਰੀਜ਼ ਨੇ, ਜੋ ਡਿਸਕ ਦੇ, ਸਰਵਾਈਕਲ ਦੇ, ਉਹਨਾਂ ਦਾ ਵੀ ਇਲਾਜ ਕਰਦੇ ਰਹਿੰਦੇ ਹੋ, ਫ੍ਰੀ ਕਰਦੇ ਹੋ. ਸੋ ਕਾਫੀ ਸਮਾਜ ਨੂੰ ਤੁਹਾਡੀ ਦੇਣ ਹੈ. ਸੋ ਕੀ ਕਹਿਣਾ ਚਾਹੁੰਦੇ ਹੋ ਅੱਜ ਦੇ ਇਹ ਪ੍ਰੋਗਰਾਮ ਬਾਰੇ ਅਤੇ ਹੋਰ ਜੋ ਤੁਹਾਡੀਆਂ ਐਕਟੀਵਿਟੀ? ਧਮਾਨ ਜੀ, ਜਿਹੜਾ ਅੱਜ ਦਾ ਪਲੇ ਸੀ, ਜਿਹੜਾ ਪਹਿਲਾ ਪਲੇ ਕੀਤਾ ਡਾਇਰੈਕਟਰ ਅਕੱਤਰ ਸਿੰਘ ਨੇ, ਉਹ ਸੀ ਇਹ ਲਹੂ ਕਿਸ ਦਾ ਹੈ ਜੀ. ਮੇਰੀ ਕੋਸ਼ਿਸ਼ ਹਰ ਵਾਰੀ ਜਿੱਦਾਂ ਤੁਸੀਂ ਜਾਣਦੇ ਕਿ ਇਹੋ ਹੀ ਹੁੰਦੀ ਆ ਕਿ ਮੈਂ ਕੋਈ ਵੀ ਪਲੇ ਕਰਾਵਾਂ ਅਤੇ ਉਹ ਸਮਾਜ ਨੂੰ ਸੇਧ ਜ਼ਰੂਰ ਦੇਵੇ, ਕਿ ਜਿਹੜੇ ਵੀ ਸਾਡੇ ਨੌਜਵਾਨ ਆ ਉਹਨਾਂ ਨੂੰ ਸਾਡੇ ਪਿਛੋਕੜ ਬਾਰੇ ਜ਼ਰੂਰ ਪਤਾ ਲੱਗੇ ਕਿ ਸਾਡਾ ਪਿਛੋਕੜ ਕੀ ਸੀ. ਇਹ ਪਲੇ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਸੀ ਕਿ ਉਹਨਾਂ ਨੇ ਜਦੋਂ ਉਹਨਾਂ ਦੇ ਭਾਈ ਲਾਲੋ ਦੀ ਰੋਟੀ ਨੂੰ ਕੱਢਿਆ ਅਤੇ ਲਹੂ ਨਿਕਲਿਆ, ਅਤੇ ਉਹਦੇ ਵਿੱਚ ਦੱਸਿਆ ਕਿ ਹੱਕ ਸੱਚ ਦੀ ਜਿਹੜੀ ਕਮਾਈ ਆ ਉਹਦਾ ਕੀ ਬੈਨੀਫਿਟ ਆ. ਅਤੇ ਜਿਹੜਾ ਅਗਲਾ ਸੀ ਪਲੇ, ਇਹ ਸਿਸਟਮ ਨੂੰ ਲੈ ਕੇ ਸੀ ਕਿ ਸਾਡੇ ਇੰਡੀਆ ਦਾ ਸਿਸਟਮ ਕੀ ਆ,
ਤੇ ਜੇ ਸਰਕਾਰੀ ਹਸਪਤਾਲਾਂ ਦੇ ਵਿੱਚ ਜਦੋਂ ਅਸੀਂ ਜਾਂਦੇ ਹਾਂ ਤੇ ਸਾਨੂੰ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਕਰਨੀਆਂ ਪੈਂਦੀਆਂ। ਤੇ ਸਰਕਾਰੀ ਨਹੀਂ ਮੈਂ ਕਹਿ ਸਕਦਾ, ਅਸੀਂ ਕਿਸੇ ਵੀ ਅਦਾਰੇ ਦੇ ਅੰਦਰ ਜਦੋਂ ਅਸੀਂ ਜਾਂਦੇ ਹਾਂ ਤੇ ਸਾਨੂੰ ਬਹੁਤ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ। ਇਹ ਮੈਂ ਧਮਾਨ ਜੀ ਇਹ ਚੀਜ਼ ਆਨਾ ਕਿ ਇਹਦੇ ਵਿੱਚ ਸਿਸਟਮ ਦਾ ਜਿਹੜਾ ਉਹ ਕਸੂਰ ਨਹੀਂ ਹੈਗਾ, ਕਸੂਰ ਉਹਦੇ ਵਿੱਚ ਸਾਡਾ ਵੀ ਆ। ਅਸੀਂ ਵੀ ਉਹਦੇ ਵਿੱਚ ਜਿਹਨੂੰ ਕਹਿ ਦਈਏ ਵੀ ਭਾਗੀਦਾਰ ਹਾਂ ਕਿ ਪਹਿਲਾਂ ਸਾਨੂੰ ਆਪਣੇ ਆਪ ਨੂੰ ਬਦਲਣਾ ਪੈਣਾ। ਮੈਂ ਇੱਕ ਉਦਾਹਰਨ ਦੇ ਤੌਰ ਤੇ ਤੁਹਾਨੂੰ ਇੱਕ ਗੱਲ ਦੱਸਦਾ ਕਿ ਜਿੱਦਾਂ ਅਸੀਂ ਗੱਡੀ ਚੱਲਦੀ ਦੇ ਵਿੱਚ ਕੋਈ ਚੀਜ਼ ਖਾਂਦੇ ਹਾਂ ਜਾਂ ਪੀਂਦੇ ਹਾਂ ਤੇ ਕਈ ਵਾਰੀ ਅਸੀਂ ਬਾਰੀ ਖੋਲ੍ਹ ਕੇ ਤੇ ਉਹਨੂੰ ਥਰੋ ਕਰ ਦਿੰਦੇ ਬਾਹਰ। ਉਹਦੇ ਵਿੱਚ ਸਿਸਟਮ ਦਾ ਕੋਈ ਕਸੂਰ ਨਹੀਂ ਹੈਗਾ, ਉਹਦੇ ਵਿੱਚ ਸਾਡਾ ਆਪਣਾ ਕਸੂਰ ਆ ਸਾਰਾ। ਤੇ ਜਦੋਂ ਆਪਾਂ ਸਾਰੇ ਜਾਣੇ ਆਪਣੇ ਆਪ ਨੂੰ ਸੁਧਾਰਨਾ ਚਾਲੂ ਕਰ ਦਾਂਗੇ ਤੇ ਸਿਸਟਮ ਵੀ ਠੀਕ ਹੋ ਜਾਣਾ, ਕਿਉਂਕਿ ਸਿਸਟਮ ਦੇ ਵਿੱਚ ਬੈਠੇ ਹੋਏ ਬੰਦੇ ਵੀ ਸਾਡੇ ਵਰਗੇ ਆ ਜੀ, ਸਾਡੇ ਹੀ ਭੈਣ ਭਰਾ ਵਾ, ਉਹ ਕਿਤੇ ਉੱਤੋਂ ਐਂਜਲ ਨਹੀਂ ਆਏ ਹੋਏ। ਤੇ ਜਦੋਂ ਆਪਾਂ ਸਾਰਿਆਂ ਨੇ 1 ਬਾਈ 1 ਸਿਸਟਮ ਨੂੰ ਸਹੀ ਕਰਨਾ ਚਾਲੂ ਕਰ ਦਿੱਤਾ ਤੇ ਇਹ ਜਿਹੜਾ ਤੁਸੀਂ ਨਾਟਕ ਵੇਖਿਆ, ਇਹ ਇੱਕ ਦਿਨ ਮੈਂ ਜੇ ਤੁਹਾਡਾ ਉਪਰਾਲਾ ਰਿਹਾ ਤੇ ਇੱਕ ਨਾ ਦਿਨ ਇਹ ਵੀ ਨਾਟਕ ਮੈਂ ਜ਼ਰੂਰ ਕਰਾਵਾਂਗਾ ਜਦੋਂ ਸਿਸਟਮ ਦੀ ਸਹੀ ਦਿਸ਼ਾ ਨੂੰ ਮੈਂ ਦਿਖਾਵਾਂਗਾ ਕਿ ਸਾਡਾ ਇੰਡੀਆ ਦਾ, ਸਾਡੇ ਪੰਜਾਬ ਦਾ ਜਿਹੜਾ ਸਿਸਟਮ ਆ ਬਹੁਤ ਹੀ ਵਧੀਆ ਚੱਲਦਾ ਵਾ। ਤੇ ਸਰਕਾਰੀ ਹਸਪਤਾਲਾਂ ਦੇ ਵਿੱਚ ਕਿੱਦਾਂ ਦਾ ਇਲਾਜ ਹੁੰਦਾ, ਲੋਕ ਪ੍ਰਾਈਵੇਟ ਹਸਪਤਾਲਾਂ 'ਚ ਨਹੀਂ ਜਾਂਦੇ ਬਲਕਿ ਚੂਜ਼ ਕਰਦੇ ਆ ਕਿ ਮੈਂ ਸਰਕਾਰੀ ਹਸਪਤਾਲ 'ਚ ਇਲਾਜ ਕਰਾਉਣਾ ਤੇ ਮੈਂ ਸਰਕਾਰੀ ਸਕੂਲ ਦੇ ਵਿੱਚ ਆਪਣਾ ਬੱਚਾ ਪੜ੍ਹਾਉਣਾ। ਇੱਕ ਦਿਨ ਅਸੀਂ ਉਹ ਜਿੱਦਾਂ ਕਿਸਾਨੀ ਮੋਰਚਾ ਹੋਇਆ ਸੀ ਉਹਦੇ ਵਿੱਚ ਦੱਸਿਆ ਸੀ ਕਿ ਅਸੀਂ ਜਿੱਤਾਂਗੇ ਜ਼ਰੂਰ। ਇਹਦੇ ਵਿੱਚ ਵੀ ਮੈਂ ਦਾਅਵਾ ਕਰਦਾ ਕਿ ਆਪਾਂ ਇੱਕ ਦਿਨ ਜਿੱਤਾਂਗੇ ਜ਼ਰੂਰ, ਕਿ ਅਸੀਂ ਕੈਨੇਡਾ ਅਮਰੀਕਾ ਨੂੰ ਵੀ ਮਾਤ ਪਾਵਾਂਗੇ। ਪਰ ਸਾਰਿਆਂ ਨਾਲੋਂ ਪਹਿਲ ਸਾਨੂੰ ਆਪਣੇ ਆਪ ਨੂੰ ਬਦਲਣਾ ਪੈਣਾ। ਜੀ ਜੀ ਜੀ। ਆਪਾਂ 2 ਨਾਟਕ ਇੱਥੇ ਕੀਤੇ ਆ, ਇੱਕ 500-600 ਸਾਲ ਪੁਰਾਣਾ ਜੋ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਦਾ ਕੀਤਾ ਤੇ ਉਸ ਤੋਂ ਬਾਅਦ ਆਪਾਂ ਨੇ ਇੱਕ ਨਾਟਕ ਦਿਖਾਇਆ ਸੀ ਹੋਰ ਜੋ ਤਮਾਸ਼ੇ ਵਾਲਾ ਜੀ। ਸੋ ਉਹੀ ਨੈਗੇਟਿਵਿਟੀ 500-600 ਸਾਲ ਪਹਿਲਾਂ ਸੀ ਤੇ ਉਹੀ ਨੈਗੇਟਿਵਿਟੀ ਅੱਜ ਦੇ ਜੋ ਨਾਟਕ ਦੇ ਵਿੱਚ ਸੀ ਜੀ। ਇਹਦੇ ਬਾਰੇ ਕੀ ਕਹੂੰਗਾ? ਵੇਖੋ ਧਮਾਨ ਜੀ, ਗੱਲ ਤੁਹਾਡੀ ਬਿਲਕੁਲ ਸਹੀ ਆ, ਪਰ ਸਮੇਂ ਦੇ ਨਾਲ ਨਾਲ ਜਦੋਂ ਵੀ ਇੱਕ ਸਦੀ ਬਦਲਦੀ ਆ ਤੇ ਠੀਕ ਹੈ ਬਦਲਾਵ ਜ਼ਰੂਰ ਆਉਂਦਾ ਵਾ। ਜਦੋਂ ਧਮਾਨ ਜੀ ਅਸੀਂ ਛੋਟੇ ਸੀ ਤੇ ਉਦੋਂ ਤੁਸੀਂ ਵੇਖਿਆ ਵੀ ਹਰ ਇੱਕ ਬੰਦਾ ਇੱਕ ਸਾਈਕਲ ਯੂਜ਼ ਕਰਦਾ ਸੀ ਜਾਂ ਪੈਦਲ ਤੁਰਦੇ ਸੀ, ਫਿਰ ਸਕੂਟਰੀਆਂ ਆ ਗਈਆਂ, ਫਿਰ ਸਕੂਟਰ ਆਏ। ਇਟ ਮੀਨਸ ਤਬਦੀਲੀ ਜ਼ਰੂਰ ਹੁੰਦੀ ਆ, ਜਦੋਂ ਇੱਕ ਸਦੀ ਬਦਲਦੀ ਤਬਦੀਲੀ ਜ਼ਰੂਰ ਹੁੰਦੀ ਆ। ਤੇ ਇੱਕ ਦਿਨ ਆਪਾਂ ਦੋਵੇਂ ਗੱਲ ਕਰ ਰਹੇ ਸੀ ਵੀ ਜਦੋਂ ਮੋਬਾਈਲ ਆਏ ਸੀ ਤੇ ਇੱਕ ਸਪਾਈਸ ਦੇ ਮੋਟੇ ਜਿਹੇ ਮੋਬਾਈਲ ਆ ਗਏ ਸੀ, ਹੁਣ ਵੇਖੋ ਨਿੱਕੇ ਮੋਬਾਈਲ ਆ ਗਏ, ਕਿੱਦਾਂ ਟੱਚ ਹਰ ਇੱਕ ਸਿਸਟਮ ਆ ਗਿਆ। ਇਹ ਵੀ ਤਬਦੀਲੀ ਦਾ ਹਿੱਸਾ ਇੱਕ। ਤੇ ਆਪਾਂ ਆਪਣੇ ਮਨ ਦੇ ਅੰਦਰ ਹਮੇਸ਼ਾ ਪੋਜ਼ਿਟਿਵ ਥਿੰਕ ਲੈ ਕੇ ਹੀ ਚੱਲਣਾ ਕਿ ਅਸੀਂ ਤਬਦੀਲੀ ਕਰਾਂਗੇ ਇੱਕ ਦਿਨ। ਜੇ ਮੈਂ ਨਾ ਤਬਦੀਲੀ ਵੇਖੀ ਤੇ ਗਾਂ ਮੇਰਾ ਬੱਚਾ ਤਬਦੀਲੀ ਵੇਖੇਗਾ, ਗਾਂ ਬੱਚੇ ਨੂੰ ਵੀ ਇਹ ਚੱਟ ਲੱਗ ਜੂਗੀ ਕਿ ਮੇਰਾ ਪਿਓ ਇਹ ਤਬਦੀਲੀ ਕਰਦਾ ਪੂਰਾ ਆ ਗਿਆ ਕਿ ਮੈਂ ਹੋਰ ਤਬਦੀਲੀ ਲਿਆਉਣੀ। ਤੇ ਇੱਕ ਦਿਨ ਧਮਾਨ ਜੀ ਤਬਦੀਲੀ ਜ਼ਰੂਰ ਆਊਗੀ ਜੀ। ਆਪਣੇ ਆਪ ਲਿਆਉਣ ਤੇ ਆ, ਆਪਣੀ ਸਮਝ ਦੇ ਉੱਤੇ ਆ। ਮੈਂ ਅੱਜ ਜਿੰਨੇ ਵੀ ਮੇਰੇ ਮੁੱਖ ਮਹਿਮਾਨ ਆਏ ਸੀ, ਜਿੱਦਾਂ ਦਿੱਲੀ ਤੋਂ ਮੈਡਮ ਆਸਥਾ ਆਏ ਆ, ਬੜੀ ਉਹ ਇੱਕੋ ਆਸਥਾ ਨਾਂ ਦੀ ਮੈਂ ਗੱਲ ਕਰਦਾ। ਆਪਾਂ ਕਿਸੇ ਵੀ ਚੀਜ਼ ਦੇ ਵਿੱਚ ਰੱਖਦੇ ਹਾਂ ਕਿ ਮੇਰੀ ਉਸ ਚੀਜ਼ ਦੇ ਵਿੱਚ ਆਸਥਾ ਵਾ, ਆਸਥਾ ਵਿਸ਼ਵਾਸ ਦਾ ਨਾਮ ਆ। ਤੇ ਉਹ ਬੱਚੀ ਨੇ ਮੇਰੀ ਜਿਹੜੀ ਬੇਨਤੀ ਕਬੂਲ ਕੀਤੀ ਤੇ ਉਹ ਵੇਖੋ ਪੈਂਡਾ 200-250-300 ਕਿਲੋਮੀਟਰ ਤੋਂ ਪੈਂਡਾ ਚੱਲ ਕਰਕੇ ਆਈ ਸਿਰਫ ਇੱਕ ਪਲੇ ਵੇਖਣ ਵਾਸਤੇ। ਤੇ ਬਲਕਾਰ ਸਿੰਘ ਸਿੱਧੂ ਜੀ ਜਿਹੜੇ ਕਿ ਮੇਰੀ ਸੰਸਥਾ ਦੇ ਵਾਈਸ ਪ੍ਰਧਾਨ ਨੇ, ਪੰਜਾਬੀ ਲੇਖਕ ਸਭਾ ਦੇ ਵੀ ਪ੍ਰਧਾਨ ਹੈਗੇ ਜੀ, ਤੇ ਉਹਨਾਂ ਦਾ ਵੀ ਮੈਂ ਸ਼ੁਕਰਾਨਾ ਕਰਦਾ। ਲਿਲੀ ਸਵਰਨ ਦਾ ਸ਼ੁਕਰਾਨਾ ਕਰਦਾ ਮੈਂ ਕਿ ਜਿਹੜੇ ਸਾਰੇ ਮੈਨੂੰ ਇੰਨਾ ਸਪੋਰਟ ਕਰਦੇ ਆ। ਅੱਜ ਇੱਕ ਕੈਨੇਡਾ ਤੋਂ ਲੇਡੀ ਆਈ ਸੀ, ਮੈਨੂੰ ਉਹਦਾ ਨਾਂ ਨਹੀਂ ਪਤਾ, ਉਹ ਵੀ ਸਾਡੀ ਸੰਸਥਾ ਨੂੰ ਮਤਲਬ ਕਿ ਬਹੁਤ ਹੰਗਾਰਾ ਦਿੱਤਾ ਕਿ ਮੈਂ ਤੁਹਾਡੇ ਨਾਲ ਸ਼ੋਲਡਰ ਟੂ ਸ਼ੋਲਡਰ ਖਲੋਤੀ ਹਾਂ, ਜਿੱਥੇ ਵੀ ਮੇਰੀ ਜ਼ਰੂਰਤ ਪੈਂਦੀ ਆ ਤੇ ਮੈਨੂੰ ਇੱਕ ਸਿਰਫ ਕਾਲ ਕਰਨੀ ਆ। ਧਮਾਨ ਜੀ, ਜਿਹੜੇ ਆਪਾਂ ਇਸ ਤਰ੍ਹਾਂ ਦੇ ਜਿਹੜੇ ਉਪਰਾਲੇ ਕਰਾਉਂਦੇ ਆ, ਇਹਦੇ ਵਿੱਚ ਆਪਾਂ ਨੂੰ ਫੀਡਬੈਕ ਵੀ ਬਹੁਤ ਮਿਲਦੀ ਆ। ਜੇ ਸਮਾਜ ਦੇ ਵਿੱਚ ਆਪਾਂ ਲਾ ਲਈਏ ਕਿ ਜੇ 100 ਦੇ ਵਿੱਚੋਂ 30% ਮੈਂ ਮਾੜਾ ਨਹੀਂ ਕਿਸੇ ਨੂੰ ਆਉਂਦਾ, ਤੇ ਜੇ ਲੋਕ ਨਹੀਂ ਸਮਝਦੇ ਤੇ 70% ਸਮਝਣ ਵਾਲੇ ਵੀ ਹੈਗੇ ਆ। ਨਹੀਂ, ਸਾਰਾ ਸਮਾਜ ਖਰਾਬ ਨਹੀਂ ਹੈਗਾ। ਇਸ ਕਰਕੇ ਆਸ ਰੱਖ ਕੇ ਬੰਦਾ ਜ਼ਿੰਦਗੀ ਜੀਂਦਾ ਕਿ ਤਬਦੀਲੀ ਇੱਕ ਨਾ ਇੱਕ ਦਿਨ ਜ਼ਰੂਰ ਆਊਗੀ ਜੀ। ਥੈਂਕ ਯੂ, ਬੜੀ ਮਿਹਰਬਾਨੀ ਹੈ। ਸੋ ਸਾਡੇ ਚੈਨਲ ਵੱਲੋਂ ਦੁਆਵਾਂ ਪਰਮਾਤਮਾ ਨੂੰ। ਤੁਸੀਂ ਸਾਡੇ ਹਰ ਪ੍ਰੋਗਰਾਮ ਦੇ ਵਿੱਚ ਆਉਂਦੇ ਜੇ, ਰੀਅਲੀ ਮੈਂ ਤੁਹਾਡਾ ਤਹਿ ਦਿਲੋਂ ਸ਼ੁਕਰਾਨਾ ਕਰਦਾ। ਧੰਨਵਾਦ ਧੰਨਵਾਦ, ਥੈਂਕ ਯੂ। ਸੋ ਰੰਗ ਮੰਚ ਦੇ ਵਿੱਚ ਇੱਕ ਐਸੀ ਸ਼ਖਸੀਅਤ
ਜਿਨ੍ਹਾਂ ਦਾ ਨਾਮ ਇੱਕ ਜਾਣਿਆ ਪਹਿਚਾਣਿਆ ਕਿਸੇ ਜਾਣ ਪਹਿਚਾਣ ਤੇ ਮੁਹਤਾਜ ਨਹੀਂ ਹੈ, ਬਲਕਾਰ ਸਿੱਧੂ ਜੀ। ਸੋ ਇਹਨਾਂ ਨੇ ਬਹੁਤ ਹੀ ਪਲੇ ਕੀਤੇ ਨੇ, ਫਿਲਮਾਂ ਕੀਤੀਆਂ ਨੇ, ਅਤੇ ਆਪਾਂ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਅੱਜ ਜੋ ਟੈਗੋਰ ਥੀਏਟਰ ਦੇ ਵਿੱਚ ਇਹ ਵੀ ਮੌਜੂਦ ਨੇ। ਸੋ ਇਹਨਾਂ ਦੀ ਇਹ PS ਆਰਟਸ ਐਂਡ ਕਲਚਰ ਸੁਸਾਇਟੀ ਦੇ ਇਹ ਜੋ ਵਾਈਸ ਪ੍ਰਧਾਨ ਵੀ ਨੇ, ਅਤੇ ਗੱਲਬਾਤ ਕਰਦੇ ਹਾਂ ਆਪਾਂ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸੋ ਅੱਜ ਬਹੁਤ ਵਧੀਆ ਪ੍ਰੋਗਰਾਮ ਤੁਹਾਡਾ ਦੇਖਣ ਨੂੰ ਮਿਲਿਆ। ਸੋ ਅਸੀਂ ਵੀ ਦੇਖਿਆ, ਬੜੇ ਅੱਛੇ ਨਾਟਕ ਸੀਗੇ, ਅਤੇ ਤੁਸੀਂ ਵੀ ਇਸ ਰੰਗਮੰਚ ਦੇ ਨਾਲ ਬਹੁਤ ਦੇਰ ਤੋਂ ਜੁੜੇ ਹੋਏ ਹੋ, ਕੀ ਕਹਿਣਾ ਚਾਹੁੰਦੇ? ਇੱਦਾਂ ਜੀ ਇਹ ਉਪਰਾਲਾ PS ਆਰਟ ਐਂਡ ਕਲਚਰ ਸੁਸਾਇਟੀ ਵੱਲੋਂ ਕੀਤਾ ਗਿਆ ਔਰ ਇਹਦੇ ਵਿੱਚ ਚੰਡੀਗੜ੍ਹ ਸਕੂਲ ਆਫ ਡਰਾਮਾ ਦੇ ਕਲਾਕਾਰ 71 ਸਿੰਘ ਹੋਰਾਂ ਦੀ ਨਿਰਦੇਸ਼ਨਾ ਵਿੱਚ 2 ਨਾਟਕ ਅੱਜ ਪੇਸ਼ ਹੋਏ। ਪਹਿਲਾ ਸੀਗਾ ਜਿਹਦੇ ਲੇਖਕ ਓਰੀਜਨਲੀ ਮੂਲ ਰੂਪ ਵਿੱਚ ਸਰਦਾਰ ਗੁਰਦਿਆਲ ਸਿੰਘ ਫੁੱਲ ਸੀਗੇ, ਲੇਕਿਨ ਉਹਨੂੰ ਜਿਹੜੇ ਸਕ੍ਰਿਪਟਡ ਰੂਪ ਦਿੱਤਾ ਉਹ ਗੁਰਸ਼ਰਨ ਭਾਜੀ ਨੇ ਦਿੱਤਾ ਸੀਗਾ। ਲੇਕਿਨ ਇਹ ਲਹੂ ਕਿਸ ਦਾ ਹੈ, ਇਹ ਦਰਅਸਲ ਮੈਂ ਸੁਣ ਰਿਹਾ ਸੀ ਤੁਹਾਡੀ ਗੱਲਬਾਤ ਕਿ ਸਾਖੀਆਂ ਤਾਂ ਸਾਡੇ ਕੋਲ ਪਈਆਂ ਨੇ, ਲੇਕਿਨ ਉਹਨਾਂ ਸਾਖੀਆਂ ਦੀ ਅੱਜ ਉਚਿਤਤਾ ਕਿੰਨੀ ਕੁ, ਸਾਖੀਆਂ ਦਾ ਉਹ ਹਿੱਸਾ ਜਿਹੜਾ ਅੱਜ ਲੋਕਾਂ ਦੇ ਕੰਮ ਆ ਸਕਦਾ, ਲੋਕ ਉਹਨਾਂ ਤੋਂ ਕੁਛ ਸਿੱਖਿਆ ਸੇਧ ਲੈ ਸਕਦੇ ਆ, ਉਹੀ ਪੋਰਸ਼ਨ ਚੁੱਕਿਆ। ਅਤੇ ਇਹਦੇ ਵਿੱਚ ਦਰਅਸਲ ਭਾਈ ਲਾਲੋ ਦੀ ਅਤੇ ਮਲਕ ਭਾਗੋ ਦੀ ਕਹਾਣੀ ਜਿਹੜੀ ਆ, ਜਿਹੜਾ ਬਾਬੇ ਨਾਨਕ ਹੋਣਾ ਦਾ ਹੈਗਾ ਕਿ ਜੇ ਖੂਨ ਕੱਢਿਆ, ਹਾਂ ਉਹੀ ਵੀ ਜੇ ਰਤ ਲੱਗੇ ਕੱਪੜੇ ਜਾਮਾ ਹੋਏ ਪਲੀਤ, ਤਾਂ ਉਹਨਾਂ ਤੁਕਾਂ ਦਾ ਨੂੰ ਐਲੈਬੋਰੇਟ ਕਰਕੇ ਉਹਨਾਂ ਦਾ ਵਿਸਥਾਰ ਦੇ ਕੇ ਅਤੇ ਇਹ ਇੱਕ ਘਟਨਾ ਜਿਹੜੀ ਆ ਉਹ ਦਰਸਾਈ ਗਈ ਹੈ। ਔਰ ਉਹਦੇ ਵਿੱਚ ਦਰਸਾਇਆ ਗਿਆ ਵੀ ਜਿਹੜਾ ਮਿਹਨਤ ਕਸ਼ ਆ, ਭਾਵੇਂ ਉਹ ਖੇਤ ਮਜ਼ਦੂਰ ਆ ਅਤੇ ਭਾਵੇਂ ਉਹ ਦੂਜੀ ਕੋਈ ਮਜ਼ਦੂਰੀ ਕਰਦਾ, ਭਾਵੇਂ ਕੋਈ ਜ਼ਹਿਨੀ ਮਜ਼ਦੂਰੀ ਕਰਦਾ, ਅਤੇ ਉਹਨਾਂ ਦੀ ਜਿਹੜੀ ਜਿੱਦਾਂ ਹੁਣ ਤੁਸੀਂ ਵੀ ਇਹ ਕੰਮ ਕਰ ਰਹੇ ਹੋ, ਸੋ ਉਹਨਾਂ ਦੀ ਜਿਹੜੀ ਮਿਹਨਤ ਆ ਉਹ ਉਹਨਾਂ ਦੀ ਖੂਨ ਪਸੀਨੇ ਦੀ ਕਮਾਈ ਹੁੰਦੀ ਆ। ਅਤੇ ਉਹਦੇ ਵਿੱਚੋਂ ਜੇ ਉਹ ਕੋਈ ਕਿਸੇ ਨੂੰ ਖਾਣਾ ਵਾਣਾ ਖਿਲਾਉਂਦੇ ਆ ਤਾਂ ਉਹ ਦੁੱਧ ਹੀ ਨਿਕਲਦਾ, ਯਾਨੀ ਦੁੱਧ ਇਮਾਨਦਾਰੀ ਦਾ ਵੀ ਇੱਕ ਬਿੰਬ ਆ। ਅਤੇ ਇਸੇ ਤਰ੍ਹਾਂ ਪਰ ਜੇ ਕੋਈ ਕਿਸੇ ਦਾ ਹੱਕ ਖੋਹ ਕੇ ਆਪਣਾ ਘਰ-ਬਾਰ ਭਰਦਾ, ਕੋਠੀਆਂ ਡਾਕ ਬੰਗਲੇ ਖੜ੍ਹੇ ਕਰਦਾ, ਅਤੇ ਉਹ ਜੇ ਕਿਸੇ ਨੂੰ ਖਾਣਾ ਧੱਕੇ ਨਾਲ ਖਿਲਾਉਂਦਾ ਅਤੇ ਉਹ ਸਮਝ ਲਓ ਵੀ ਉਹਦੇ ਖਾਣੇ 'ਚੋਂ ਲਹੂ, ਯਾਨੀ ਉਹ ਜਿਹੜੀ ਆ ਬੇਈਮਾਨੀ ਦਾ ਜਿਹੜਾ ਨਾ ਉਹ ਬਿੰਬ ਆ। ਅਤੇ ਇਹਦੇ ਉੱਤੇ ਲਹੂ ਕਿਸ ਦਾ ਹੈ, ਅਤੇ ਇਹ ਪਹਿਲਾ ਨਾਟਕ ਸੀ। ਦੂਜਾ ਨਾਟਕ ਤਮਾਸ਼ਾ ਹਿੰਦੁਸਤਾਨ ਗੁਰਸ਼ਰਨ ਭਾਜੀ ਹੋਰਾਂ ਦਾ ਲਿਖਿਆ ਹੋਇਆ ਸੀ, ਔਰ ਇਹਦੇ ਵਿੱਚ ਬਾਕਾਇਦਾ ਜਿਹੜਾ ਸਾਡਾ ਸਮਾਜਿਕ ਔਰ ਖ਼ਾਸ ਤੌਰ 'ਤੇ ਜਿਹੜਾ ਸਿਆਸੀ ਪ੍ਰਬੰਧ ਆ ਸਾਡੇ ਮੁਲਕ ਦੇ ਵਿੱਚ ਇਸ ਵੇਲੇ ਚੱਲ ਰਿਹਾ, ਉਹਦੇ ਉੱਤੇ ਬੜਾ ਵੱਡਾ ਇੱਕ ਵਿਅੰਗ ਸੀਗਾ ਵੀ ਕਿਵੇਂ ਜਿਹੜੇ ਸਾਡੇ ਵੱਖਰੇ ਵੱਖਰੇ ਵਿਭਾਗ ਨੇ ਸਰਕਾਰਾਂ ਦੇ ਕਹਿ ਲਓ ਜਾਂ ਸਿਆਸਤਦਾਨਾਂ ਦੇ, ਅਤੇ ਉਹ ਕਿੰਨੇ ਭ੍ਰਿਸ਼ਟਾਚਾਰ ਵਿੱਚ ਲੁਪਤ ਨੇ ਵੀ ਸਿਰ ਤੋਂ ਲੈ ਕੇ ਪੈਰਾਂ ਤੱਕ ਹਰ ਗੱਲ ਲਈ, ਨਿੱਕੇ ਨਿੱਕੇ ਕੰਮਾਂ ਲਈ ਵੀ ਆਮ ਲੋਕਾਂ ਨੂੰ ਰਿਸ਼ਵਤ ਦੇਣੀ ਪੈਂਦੀ ਹੈ। ਅਤੇ ਉਹ ਇਹਦੇ ਉੱਤੇ ਇੱਕ ਵਿਅੰਗ ਸੀਗਾ। ਲੇਕਿਨ ਇਹ ਦੋਹੇ ਜਿਹੜੇ ਨਾਟਕ ਸੀਗੇ, ਇਹਦਾ ਜਿਹੜਾ ਨਿਭਾਅ ਸੀਗਾ ਉਹ ਸੀਗਾ ਮਜ਼ਾਕ ਵਾਲਾ, ਹਾਸੇ ਮਜ਼ਾਕ ਵਾਲਾ, ਕਾਮੇਡੀ ਜਿਹਨੂੰ ਕਹਿੰਦੇ ਆ, ਪਰ ਉਹਦੇ ਜ਼ਰੀਏ ਹੀ ਬਾਕਾਇਦਾ ਔਰ ਉਹ ਸਾਡੇ ਲੋਕ ਪਾਤਰ ਲਏ ਗਏ ਸੀਗੇ, ਭਾਵੇਂ ਉਹ ਅਜੋਕੇ ਸਮਾਜ ਵਾਲੇ ਹੋਣ ਜਾਂ ਪੁਰਾਣੇ ਹੋਣ, ਜਿਨ੍ਹਾਂ 'ਚ ਇੱਕ ਭੰਡ ਮਰਾਸੀਆਂ ਦੇ ਜ਼ਰੀਏ ਗੱਲਬਾਤ ਤੋਰੀ ਹੋਵੇ ਪਹਿਲੇ ਨਾਟਕ 'ਚ ਇਹ ਲਹੂ ਕਿਸਦਾ 'ਚ, ਜਾਂ ਦੂਜੇ 'ਚ ਜਿਵੇਂ ਸਾਡੀ ਕਾਨੂੰਨ ਅਤੇ ਵਿਵਸਥਾ ਚਲਾਉਣ ਵਾਲੀ ਜਿਹੜਾ ਸਿਸਟਮ ਪ੍ਰਣਾਲੀ ਦੇ ਜਿਹੜੇ ਕਰਿੰਦੇ ਨੇ, ਭਾਵੇਂ ਉਹ ਥਾਣੇਦਾਰ ਹੋਵੇ ਅਤੇ ਭਾਵੇਂ ਹੌਲਦਾਰ ਹੋਵੇ ਅਤੇ ਦੂਜੇ ਉਹ ਲੋਕੀ, ਅਤੇ ਜਾਂ ਬਾਕੀ ਦਫ਼ਤਰਾਂ ਦੇ ਜਿਹੜੇ ਨੇ ਉਹ, ਤਾਂ ਇਹਨਾਂ ਸਾਰਿਆਂ ਦੇ ਉੱਤੇ ਇੱਕ ਵਿਅੰਗ ਸੀਗਾ ਵੀ ਅਸੀਂ ਕਿਵੇਂ ਆਪਣੇ ਮੁਲਕ ਨੂੰ, ਆਪਣੇ ਸਮਾਜ ਨੂੰ ਸੁੰਦਰ ਬਣਾ ਸਕਦੇ ਹਾਂ, ਚੰਗਾ ਸਿਰਜ ਸਕਦੇ ਹਾਂ, ਅਤੇ ਇਹਦੇ ਵਿਚਲੀਆਂ ਜਿਹੜੀਆਂ ਬੁਰਾਈਆਂ ਨੇ ਉਹ ਦੂਰ। ਔਰ ਇਹ ਕਲਾਕਾਰ ਦਾ ਉਹ ਫਰਜ਼ ਹੁੰਦਾ, ਸਿਰਫ ਇਹੋ ਹੀ ਨਹੀਂ ਕਿ ਜਿਵੇਂ ਹੈ ਉਵੇਂ ਦਿਖਾ ਦੇਣਾ,
ਉਹਦੇ 'ਚ ਸੁਧਾਰ ਕਿਵੇਂ ਲਿਆਇਆ ਜਾ ਸਕਦਾ, ਉਹ ਦੋਵਾਂ ਨਾਟਕਾਂ ਦੇ ਵਿੱਚ ਉਹਨਾਂ ਨੇ ਰਾਹ ਵੀ ਦਿਖਾਏ ਆ। ਤੇ ਇਹਦੇ ਲਈ ਜਿਹੜਾ ਮੈਂ ਕਹਿੰਦਾ ਜਿਹੜਾ ਜ਼ਿਆਦਾ ਸਿਹਰਾ ਜਾਂਦਾ ਉਹ ਦੋਹਾਂ ਨਾਟਕਾਂ ਦੇ ਲੇਖਕਾਂ ਨੂੰ ਜਾਂਦਾ। ਔਰ ਕਹਿ ਲਓ ਕਿ ਇੱਕ ਤਰ੍ਹਾਂ ਦੀ ਇਹ ਸ਼ਰਧਾਂਜਲੀ ਗੁਰਸ਼ਰਨ ਭਾਜੀ ਨੂੰ, ਕਿਉਂਕਿ ਮੇਨ ਜਿਹੜੀ ਹੈ ਨਾ ਉਹ ਕਲਮਕਾਰੀ ਨੇ ਦੋਹਾਂ ਨਾਟਕਾਂ ਦੀ ਉਹਨਾਂ ਦੀ ਰਹੀ ਹੈ ਜੀ ਜੀ। ਸੋ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਆਪਣੇ ਪਬਲਿਕ ਨੂੰ? ਵੈਸੇ ਤਾਂ ਉਹਨਾਂ ਨਾਟਕਾਂ ਦੇ ਜ਼ਰੀਏ ਹੀ ਆਪਾਂ ਸੰਦੇਸ਼ ਦੇ ਸਕਦੇ ਹਾਂ। ਪਬਲਿਕ ਦੀ ਗੱਲ ਜਿੱਥੋਂ ਤੱਕ ਇੱਕ ਡਿਸਾਈਡਿੰਗ ਫੈਕਟਰ ਤਾਂ ਜਿਹੜੇ ਸੱਤਾ 'ਤੇ ਬੈਠੇ ਹੁੰਦੇ ਉਹਨਾਂ ਨੇ ਕਰਨਾ ਹੁੰਦਾ ਕੋਈ ਵੀ, ਲੇਕਿਨ ਇਹਦੇ ਰਾਹੀਂ ਅਸੀਂ ਕੀ ਕਰਨਾ ਹੁੰਦਾ ਵੀ ਜਾਗਰੂਕ ਕਰਨਾ ਹੁੰਦਾ, ਲੋਕਾਂ ਨੂੰ ਅਵੇਅਰ ਕਰਨਾ ਹੁੰਦਾ, ਉਹ ਭਾਵੇਂ ਸਾਹਿਤਕ ਕਿਰਤਾਂ ਨਾਲ ਹੋਵੇ ਜਾਂ ਰੰਗਮੰਚੀ ਕਿਰਤਾਂ ਨਾਲ। ਅਤੇ ਉਹ ਅਸੀਂ ਇਹ ਆ ਵੀ ਜਾਗਰੂਕ ਹੋਣ, ਆਪਣੇ ਹੱਕਾਂ ਲਈ ਇਮਾਨਦਾਰੀ ਨਾਲ ਵਿਚਰਨ ਅਤੇ ਸਮਾਜ ਸੁਧਾਰ ਦੇ ਕੰਮ ਦੇ ਵਿੱਚ ਕਿੰਨਾ ਕੁ ਯੋਗਦਾਨ ਪਾ ਸਕਦੇ ਆ, ਉਹ ਸੇਵਾ ਆਪਣੇ ਆਪਣੀ ਬਣਦੀ ਵਾਜਬ ਲੋਕੀ ਹਿੱਸਾ ਪਾਉਣ ਅਤੇ ਕਰਨ, ਅਤੇ ਇਹਦੇ ਨਾਲ ਸਾਡਾ ਜਿਹੜਾ ਵਾ ਦੁਨੀਆ ਵਾ ਸਾਰੀ ਉਹ ਸੋਹਣੀ ਅਤੇ ਸੁੰਦਰ ਹੋ ਜਾਏਗੀ। ਸੋ ਧੰਨਵਾਦ ਜੀ, ਬਹੁਤ ਬਹੁਤ ਤੁਹਾਡਾ ਗੱਲਬਾਤ ਕਰਨ ਨਾਲ। ਮਿਹਰਬਾਨੀ। ਥੈਂਕ ਯੂ।